हाँ जी, अपनी प्रीवियस क्लासेस ਦੇ ਵਿੱਚ ਆਪਾਂ ਨਿਊਕਲੀਅਰ ਫਿਜ਼ਿਕਸ ਸਟਾਰਟ ਕੀਤੀ ਹੋਈ ਸੀ ਤੇ ਅੱਜ ਆਪਾਂ ਉਹੀ ਟੌਪਿਕ ਨੂੰ ਕੰਟੀਨਿਊ ਕਰਾਂਗੇ। ਗਰਾਊਂਡ ਸਟੇਟ ਆਫ ਨਿਊਟਰੋਨ, ਨੌਨ ਸੈਂਟਰਲ ਫੋਰਸਿਸ, ਮੀਜ਼ੋਨ ਥਿਊਰੀ ਐਂਡ ਫੀਚਰਸ ਆਫ ਨਿਊਕਲੀਅਰ ਫੋਰਸਿਸ ਦਾ ਟੌਪਿਕ ਆਪਾਂ ਆਪਣੀ ਹੁਣ ਦੀ ਕਲਾਸ ਦੇ ਵਿੱਚ ਕਵਰ ਕਰਾਂਗੇ। ਪ੍ਰੀਵੀਅਸ ਕੁਛ ਡੇਜ਼ ਤੋਂ ਆਪਣੇ ਗੈਪਸ ਚੱਲ ਰਹੇ ਸੀ ਕਲਾਸ ਦੇ ਵਿੱਚ, ਕੋਸ਼ਿਸ਼ ਕਰਾਂਗੇ ਕਿ ਹੁਣ ਆਪਣੇ ਕੋਲ ਰੈਗੂਲਰ ਕਲਾਸਿਸ ਹੋਣ। ਅਗਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਪੋਰਟ ਜ਼ਰੂਰ ਕਰੋ, ਸਬਸਕ੍ਰਾਈਬ ਜ਼ਰੂਰ ਕਰੋ। हाँ जी, आज की क्लास का फर्स्ट टॉपिक है अपने को ग्राउंड स्टेट ऑफ न्यूट्रॉन। ग्राउंड स्टेट ऑफ न्यूट्रॉन डिस्कस करांगे ਆਪਾਂ ਸਾਰੀਆਂ ਪ੍ਰੋਪਰਟੀਜ਼ ਡਿਸਕਸ ਕਰਾਂਗੇ ਜੋ ਗਰਾਊਂਡ ਸਟੇਟ ਦੇ ਵਿੱਚ ਹੁੰਦੀਆਂ ਨੇ ਨਿਊਟਰੋਨ ਕੋਲ। ਬਟ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਕਿ ਨਿਊਟਰੋਨ ਹੁੰਦਾ ਕੀ ਹੈ। ਜੋ ਨਿਊਟਰੋਨ ਹੁੰਦਾ ਹੈ ਇਹ ਆਪਣੇ ਕੋਲ 2 ਨਿਊਕਲੀਅਨ ਬਾਉਂਡ ਸਿਸਟਮ ਹੁੰਦਾ ਹੈ। 2 ਨਿਊਕਲੀਅਨ ਬਾਉਂਡ ਸਿਸਟਮ ਮੀਨਸ ਆਪਣੇ ਕੋਲ ਇੱਥੇ ਆਪਣੇ ਕੋਲ ਨਿਊਕਲੀਅਸ ਦੇ ਵਿੱਚ 2 ਨਿਊਕਲੀਅਨਸ ਹੁੰਦੇ ਆ, ਇੱਕ ਪ੍ਰੋਟੋਨ ਤੇ ਇੱਕ ਨਿਊਟਰੋਨ। ਇਹ 2 ਨਿਊਕਲੀਅਨ ਬਾਉਂਡ ਸਿਸਟਮ ਜੋ ਹੈ ਇਸ ਨੂੰ ਆਪਾਂ ਨਿਊਟਰੋਨ ਕਹਿੰਦੇ ਆ। ਤੇ ਆਪਣੇ ਕੋਲ ਜੋ ਨਿਊਟਰੋਨ ਹੈ ਇਹ ਸਿਰਫ ਇੱਕ ਹੀ 2 ਨਿਊਕਲੀਅਨ ਬਾਉਂਡ ਸਿਸਟਮ ਪੋਸੀਬਲ ਹੈ ਜਿਸ ਦੇ ਵਿੱਚ ਇੱਕ ਪ੍ਰੋਟੋਨ ਹੈ ਇੱਕ ਨਿਊਟਰੋਨ ਹੈ। ਅਦਰਵਾਈਜ਼ ਆਪਣੇ ਕੋਲ ਹੋਰ ਕੋਈ ਵੀ 2 ਨਿਊਕਲੀਅਨ ਬਾਉਂਡ ਸਿਸਟਮ ਨਹੀਂ ਹੈਗਾ, ਕਿਉਂਕਿ ਹੋਰ ਕੀ ਹੋ ਸਕਦਾ ਹੈ, ਡਾਈ ਪ੍ਰੋਟੋਨ ਮੀਨਸ ਜਿਹਦੇ ਵਿੱਚ ਦੋਨੋਂ ਪ੍ਰੋਟੋਨਸ ਹੋਣ, ਜਾਂ ਫਿਰ ਡਾਈ ਨਿਊਟਰੋਨ ਜਿਸ ਦੇ ਵਿੱਚ ਦੋਨੋਂ ਨਿਊਟਰੋਨ ਹੋਣ। ਬਟ ਉਹ ਦੋਨੋਂ ਐਜ਼ ਬਾਉਂਡ ਸਿਸਟਮ ਪੋਸੀਬਲ ਨਹੀਂ ਹੈਗੇ, ਉਹਨਾਂ ਦੇ ਵਿੱਚ ਕੁਛ ਨਾ ਕੁਛ ਡਿਸਟੈਂਸ ਜ਼ਰੂਰ ਰਹੇਗੀ। ਇੱਕ ਨਿਊਕਲੀਅਸ ਦੇ ਵਿੱਚ ਬਾਉਂਡ ਨਹੀਂ ਰਹਿ ਸਕਦੇ, ਤਾਂ ਇੱਕ ਪ੍ਰੋਟੋਨ ਤੇ ਇੱਕ ਨਿਊਟਰੋਨ ਨਾਲ ਮਿਲ ਕੇ ਜੋ ਬਾਉਂਡ ਸਿਸਟਮ ਬਣਿਆ ਉਸਨੂੰ ਆਪਾਂ ਕੀ ਕਹਿੰਦੇ ਆ, ਨਿਊਟਰੋਨ। ਤੇ ਸਿਰਫ ਇੱਕ ਹੀ 2 ਨਿਊਕਲੀਅਨ ਬਾਉਂਡ ਸਿਸਟਮ ਪੋਸੀਬਲ ਹੈ, ਇਹ ਵਾਲਾ ਨਿਊਟਰੋਨ। ਤੇ ਨਿਊਟਰੋਨ ਦੀ ਆਪਾਂ ਗਰਾਊਂਡ ਸਟੇਟ ਡਿਸਕਸ ਕਰਨੀ ਹੈ। ਇਸ ਦੀ ਸਿਰਫ ਗਰਾਊਂਡ ਸਟੇਟ ਹੀ ਹੁੰਦੀ ਹੈ। ਨਿਊਟਰੋਨ ਜੋ ਹੁੰਦਾ ਉਹ ਐਕਸਾਈਟਿਡ ਸਟੇਟ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦਾ, ਬਿਕੋਜ਼ ਅਗਰ ਆਪਾਂ ਇਸ ਨੂੰ ਕੁਝ ਵੀ ਐਕਸਾਈਟੇਸ਼ਨ ਦਵਾਂਗੇ, ਕੁਝ ਵੀ એનર્ਜੀ ਇਹ ਐਬਜ਼ੌਰਬ ਕਰੇਗਾ ਤਾਂ ਉਹਦੇ ਨਾਲ ਇਹ ਸਿਸਟਮ ਬ੍ਰੇਕ ਹੋ ਜਾਏਗਾ। ਸਿਸਟਮ ਬ੍ਰੇਕ ਹੋ ਜਾਏਗਾ ਮੀਨਸ ਪ੍ਰੋਟੋਨ ਨਿਊਟਰੋਨਸ ਅਲੱਗ-ਅਲੱਗ ਹੋ ਜਾਣਗੇ। ਜਦੋਂ ਪ੍ਰੋਟੋਨ ਨਿਊਟਰੋਨ ਹੀ ਅਲੱਗ-ਅਲੱਗ ਹੋ ਗਏ ਫਿਰ ਤਾਂ ਇਹ ਨਿਊਟਰੋਨ ਰਿਹਾ ਹੀ ਨਹੀਂ, ਤਾਂ ਆਪਾਂ ਇਹ ਸਿਸਟਮ ਬ੍ਰੇਕ ਹੋ ਜਾਂਦਾ ਐਕਸਾਈਟੇਸ਼ਨ ਦੇ ਨਾਲ। ਤਾਂ ਕਰਕੇ ਇਹ ਸਿਰਫ ਗਰਾਊਂਡ ਸਟੇਟ ਦੇ ਵਿੱਚ ਹੀ ਐਗਜ਼ਿਸਟ ਕਰਦਾ ਹੈ ਕਿ ਆਪਾਂ ਇਸ ਨਿਊਟਰੋਨ ਦੀ ਗਰਾਊਂਡ ਸਟੇਟ ਨੂੰ ਡਿਸਕਸ ਕਰਨਾ ਹੈ। ਇਹਦੀਆਂ ਕੁਝ ਪ੍ਰੋਪਰਟੀਜ਼ ਨੇ ਜੋ ਆਪਾਂ ਡਿਸਕਸ ਕਰਾਂਗੇ। ਫਰਸਟ ਪ੍ਰੋਪਰਟੀ ਇਹ ਹੈ ਕਿ ਇਸ ਦੀ ਬਾਈਂਡਿੰਗ એનર્ਜੀ ਕਿੰਨੀ ਹੁੰਦੀ ਹੈ। ਜੋ ਨਿਊਟਰੋਨ ਦੀ ਬਾਈਂਡਿੰਗ એનર્ਜੀ ਹੈ ਉਹ ਹੁੰਦੀ ਹੈ 2.2245 ਪਲੱਸ ਮਾਈਨਸ 0.0002 ਮੈਗਾ ਇਲੈਕਟ੍ਰੋਨ ਵੋਲਟ। ਇਹ ਕੀ ਹੈ ਆਪਣੇ ਕੋਲ, ਮਤਲਬ ਇੰਨੀ ਵੈਲਿਊ ਇਸ ਦੇ ਵਿੱਚ ਐਡ ਵੀ ਹੋ ਸਕਦੀ ਹੈ, ਇਸ ਦੇ ਵਿੱਚੋਂ ਸਬਟ੍ਰੈਕਟ ਵੀ ਹੋ ਸਕਦੀ ਹੈ। ਇੰਨੀ ਕੁ ਰੇਂਜ ਦੇ ਵਿੱਚ ਰਹਿੰਦੀ ਹੈ ਮਤਲਬ ਜੋ ਬਾਈਂਡਿੰਗ એનર્ਜੀ ਹੈ। ਇਹ ਤਾਂ ਬਾਈਂਡਿੰਗ એનર્ਜੀ ਹੈ, ਬਟ ਜੇ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਕੱਢਣੀ ਹੋਵੇ ਤਾਂ ਆਪਾਂ ਕਿਵੇਂ ਕੱਢਾਂਗੇ, ਆਪਾਂ 2 ਨਾਲ ਡਿਵਾਈਡ ਕਰਾਂਗੇ, ਬਿਕੋਜ਼ ਇਹਦੇ ਵਿੱਚ ਕਿੰਨੇ ਨਿਊਕਲੀਓਨਸ ਨੇ, 2 ਨੇ। ਜਦੋਂ ਇਸ ਨੂੰ 2 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਕਿੰਨੀ ਆ ਗਈ, 1.1122 ਮੈਗਾ ਇਲੈਕਟ੍ਰੋਨ ਵੋਲਟ। ਇਹ ਬਹੁਤ ਥੋੜੀ ਜਿਹੀ એનર્ਜੀ ਹੈ, ਤਾਂ ਇੰਨੀ ਘੱਟ ਬਾਈਂਡਿੰਗ એનર્ਜੀ ਹੈ, ਮਤਲਬ ਇਹ ਵੀਕਲੀ ਬਾਉਂਡਡ ਸਿਸਟਮ ਹੈ। ਈਵਨ ਅਗਰ ਅਲਫਾ ਪਾਰਟੀਕਲ ਹੋਵੇ ਜਿਸ ਦੇ ਵਿੱਚ ਆਪਣੇ ਕੋਲ ਅਲਫਾ ਪਾਰਟੀਕਲ ਕੀ ਹੁੰਦਾ ਆਪਣੇ ਕੋਲ, ਹੀਲੀਅਮ ਨਿਊਕਲੀਅਸ, ਉਸ ਦੇ ਵਿੱਚ 4 ਪਾਰਟੀਕਲਸ ਹੁੰਦੇ ਆ, ਤਾਂ ਉਸ ਦੀ ਵੀ ਅਗਰ ਆਪਾਂ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਫਾਈਂਡ ਆਊਟ ਕਰੀਏ ਤਾਂ 7.07 ਮੈਗਾ ਇਲੈਕਟ੍ਰੋਨ ਵੋਲਟ ਹੁੰਦੀ ਹੈ। ਤਾਂ ਇਸ ਤੋਂ ਵੀ ਕਿੰਨੀ ਘੱਟ એનર્ਜੀ ਹੈ ਇਹ ਵਾਲੀ એનર્ਜੀ, ਤਾਂ ਨਿਊਟਰੋਨ ਇੱਕ ਵੀਕਲੀ ਬਾਉਂਡ ਸਿਸਟਮ ਹੈ। ਠੀਕ ਹੈ। ਸੈਕਿੰਡ ਹੈ ਆਪਣੇ ਕੋਲ ਟੋਟਲ ਐਂਗੂਲਰ ਮੋਮੈਂਟਮ, ਸਪਿਨ ਐਂਡ ਪੈਰਿਟੀ। ਆਪਾਂ ਸਭ ਕੁਝ ਡਿਸਕਸ ਕਰਾਂਗੇ। ਟੋਟਲ ਐਂਗੂਲਰ ਮੋਮੈਂਟਮ ਜੋ ਹੁੰਦਾ ਹੈ ਉਹ ਪ੍ਰੋਟੋਨ ਦੀ ਸਪਿਨ ਪਲੱਸ ਨਿਊਟਰੋਨ ਦੀ ਸਪਿਨ ਪਲੱਸ ਉਹਨਾਂ ਦਾ ਐਂਗੂਲਰ ਮੋਮੈਂਟਮ, ਇਹਨਾਂ ਤਿੰਨਾਂ ਦੇ ਸਮ ਦੇ ਇਕੁਅਲ ਹੁੰਦਾ ਆਪਣੇ ਕੋਲ ਟੋਟਲ ਐਂਗੂਲਰ ਮੋਮੈਂਟਮ। ਬਟ ਜੋ ਐਕਸਪੈਰੀਮੈਂਟਲੀ ਟੋਟਲ ਐਂਗੂਲਰ ਮੋਮੈਂਟਮ ਦੀ ਵੈਲਿਊ ਹੈ ਉਹ 1 ਹੁੰਦੀ ਹੈ। ਐਕਸਪੈਰੀਮੈਂਟਲੀ ਇਹ ਵੈਲਿਊ 1 ਹੈ। ਇਹ ਵੈਲਿਊ 1 ਕਦੋਂ ਬਣ ਸਕਦੀ ਹੈ, ਕੁਝ ਕੇਸਿਸ ਨੇ। ਸਭ ਤੋਂ ਪਹਿਲਾਂ ਅਗਰ ਦੋਨੋਂ ਸਪਿਨਸ ਨੇ ਜੋ ਪੈਰਲਰ ਨੇ, ਦੋਨੋਂ ਹਾਫ ਹੋ ਗਏ, ਤਾਂ ਇਹਨਾਂ ਦਾ ਸਮ ਹੀ 1 ਦੇ ਦੂਗਾ ਆਪਣੇ ਕੋਲ। ਤਾਂ L ਕਿੰਨਾ ਹੋਊਗਾ, ਜ਼ਰੂਰ 0 ਹੋਊਗਾ, ਬਿਕੋਜ਼ I ਤਾਂ ਪਤਾ ਟੋਟਲ 1 ਹੈ। ਅਗਰ ਦੋਨੋਂ ਸਪਿਨਸ ਹਾਫ ਨੇ ਤਾਂ ਜ਼ਰੂਰ L ਕੀ ਹੋਏਗਾ, 0 ਹੋਏਗਾ। ਅਗਰ ਇਹ ਐਂਟੀ ਪੈਰਲਰ ਨੇ ਮੀਨਸ ਇੱਕ ਦੀ ਸਪਿਨ ਪੋਜ਼ਿਟਿਵ ਹੈ ਦੂਜੇ ਦੀ -1/2 ਹੈ, ਤਾਂ ਇਹ ਤਾਂ ਦੋਨੋਂ ਕੈਂਸਲ ਆਊਟ ਹੋ ਜਾਣਗੇ, ਤਾਂ ਜ਼ਰੂਰ L ਨੂੰ ਕੀ ਹੋਣਾ ਪਊਗਾ, 1 ਹੋਣਾ ਪਊਗਾ। ਹੁਣ ਅਗਰ ਦੋਨਾਂ ਦੀ ਸਪਿਨ ਐਂਟੀ ਪੈਰਲਰ ਹੈ ਮੀਨਸ -1/2 ਹੈ, ਤਾਂ L ਦੀ ਵੈਲਿਊ ਕੀ ਹੋਏਗੀ, ਜ਼ਰੂਰ 2 ਹੋਏਗੀ, ਬਿਕੋਜ਼ ਇਹਨੂੰ ਸੋਲਵ ਕਰਾਂਗੇ -1 ਆ ਜਾਏਗਾ, -1 + 2 ਸੋਲਵ ਕਰਕੇ ਆਪਣੇ ਕੋਲ ਟੋਟਲ ਐਂਗੂਲਰ ਮੋਮੈਂਟਮ ਕਿੰਨਾ ਆਏਗਾ, 1 ਆਏਗਾ। ਠੀਕ ਹੈ। ਤਾਂ ਟੋਟਲ ਐਂਗੂਲਰ ਮੋਮੈਂਟਮ 1 ਬਣਾਉਣ ਲਈ ਆਪਣੇ ਕੋਲ ਉਹ 3 ਕੇਸਿਸ ਬਣ ਗਏ। ਬਟ ਹੁਣ ਇਹ ਤਿੰਨੋਂ ਕੇਸਿਸ ਦੇ ਵਿੱਚੋਂ ਆਪਣੇ ਕੋਲ ਕਿਹੜਾ ਕੇਸ ਲਵਾਂਗੇ, ਆਪਾਂ ਇਹ ਲਵਾਂਗੇ ਜਾਂ ਇਹ ਲਵਾਂਗੇ ਜਾਂ ਇਹ ਲਵਾਂਗੇ। ਇਸ ਦੇ ਲਈ ਜਦੋਂ ਇਸ ਦੇ ਵਿੱਚ ਦੇਖਿਆ ਗਿਆ ਕਿ ਇਸ ਦੀ ਜੋ ਪੈਰਿਟੀ ਹੈ ਨਿਊਟਰੋਨ ਦੀ, ਇਸ ਦੀ ਪੈਰਿਟੀ ਵੀ ਕੀ ਆਉਂਦੀ ਹੈ, 1 ਆਉਂਦੀ ਹੈ, ਮਤਲਬ ਈਵਨ ਪੈਰਿਟੀ ਆਉਂਦੀ ਹੈ। ਆਪਾਂ ਨੂੰ ਇਹ ਪਤਾ ਹੈ ਕਿ ਜੋ ਪੈਰਿਟੀ ਹੁੰਦੀ ਹੈ -1 ਦੀ ਪਾਵਰ L ਦੇ ਇਕੁਅਲ, ਇਹ 1 ਆ ਰਹੀ ਹੈ, ਈਵਨ ਪੈਰਿਟੀ ਆ ਰਹੀ ਹੈ ਆਪਣੇ ਕੋਲ, ਮਤਲਬ L ਦੀ ਵੈਲਿਊ ਕਿੰਨੀ ਹੋਊਗੀ, ਜ਼ਰੂਰ ਈਵਨ ਹੋਊਗੀ। ਜਾਂ 0 ਹੋ ਸਕਦੀ ਹੈ ਜਾਂ ਫਿਰ 2 ਹੋ ਸਕਦੀ ਹੈ, ਬਿਕੋਜ਼ L ਦੀ ਵੈਲਿਊ ਤਾਂ ਈਵਨ ਇਹਨਾਂ ਦੋਨੋਂ ਕੇਸਿਸ ਦੇ ਵਿੱਚ ਹੀ ਹੈ। ਤਾਂ ਇਹ ਵਾਲਾ ਕੇਸ ਕੀ ਹੋ ਗਿਆ, ਨੈਗਲੈਕਟ ਹੋ ਗਿਆ। ਹੁਣ L ਦੀ ਵੈਲਿਊ ਜਾਂ 0 ਹੋ ਸਕਦੀ ਹੈ ਜਾਂ 2 ਹੋ ਸਕਦੀ ਹੈ।
है। बट एक्सपैरीमेंटली ये भी है कि ਜਿਹੜੀਆਂ स्पिन्स ने दोनों वो पैरलर होणगियां, ਤਾਂ स्पिन्स भी पैरलर होणगियां ਤਾਂ ਜ਼ਰੂਰ ਆਪਣੇ ਕੋਲ ਇਹੀ ਵਾਲਾ ਕੇਸ ਹੋਏਗਾ। ਇਹ ਵਾਲਾ ਕੇਸ ਵੀ ਨਹੀਂ ਹੋਏਗਾ ਬਿਕੋਜ਼ ਇਸ ਦੇ ਵਿੱਚ ਦੋਨੋਂ स्पिन्स ਕੀ ਨੇ, ਐਂਟੀ ਪੈਰਲਰ। ਤਾਂ ਆਪਣੇ ਕੋਲ ਐਸ प्रोटोन ਦੀ स्पिन ਦੀ वैल्यू हाफ, न्यूट्रॉन ਦੀ स्पिन ਦੀ वैल्यू हाफ ਤੇ एल ਦੀ वैल्यू 0 ਤੇ I ਦੀ वैल्यू ਆਪਣੇ ਕੋਲ ਕੀ ਹੁੰਦੀ ਹੈ 1। ਤਾਂ ਮਤਲਬ ਆਪਾਂ ਨੂੰ ਇਹ ਪਤਾ ਚੱਲ ਗਿਆ ਕਿ ਟੋਟਲ ਐਂਗੂਲਰ ਮੋਮੈਂਟਮ 1 ਹੁੰਦਾ ਹੈ, स्पिन हाफ ਹੁੰਦੀ ਹੈ, ऑर्बिटल एंगुलर मोमेंटम 0 ਹੁੰਦਾ ਹੈ ਤੇ ਪੈਰਿਟੀ ਕੀ ਹੁੰਦੀ ਹੈ 1 ਹੁੰਦੀ ਹੈ। ਇਹ ਆਪਣੇ ਕੋਲ ਸਮ ਅਪ ਕੀਤਾ ਆਪਾਂ ਸਾਰੀਆਂ ਵੈਲਿਊਜ਼ ਨੂੰ, ਜੋ ਵੈਲਿਊਜ਼ ਆਪਣੇ ਕੋਲ ਡਿਊਟਰੋਨ ਦੀਆਂ ਹੁੰਦੀਆਂ ਨੇ ਇਨ ਗਰਾਊਂਡ ਸਟੇਟ। ਤਾਂ ਇਸ ਨੂੰ ਨੋਟ ਡਾਊਨ ਕਰ ਲਓ। ਤਾਂ ਇਹ ਆਪਣੇ ਕੋਲ ਵੈਲਿਊਜ਼ ਨੇ ਸਪਿਨਸ ਦੀਆਂ, ऑर्बिटल एंगुलर मोमेंटम, टोटल एंगुलर मोमेंटम एंड पैरिटी। हाँ जी, नैक्सट है अपने कोल मेजर्ड मैगनैटिक मूवमेंट। जो अपने कोल मैगनैटिक मूवमेंट हुंदा है ड्यूट्रॉन दा, वो कितना हुंदा है 0.857414 प्लस माइनस 0.000019। मतलब जो ये वैल्यू है, मतलब की है कि एग्जैक्ट ही वैल्यू नहीं हुंदी, इन्नी वैल्यू ऐड भी हो सकती है ते इन्नी वैल्यू सबट्रैक्ट भी हो सकती है। तो न्यूक्लीयर मैगनेटोन दे विच ये वैल्यू है, ये वैल्यू आंदी किवें है ਆਪਾਂ ਨੂੰ ਇਹ ਪਤਾ ਹੈ कि जो मैगनैटिक मूवमेंट हुंदा है उसका फॉर्मूला की हुंदा है अपने कोल, ये जायरोमैग्नेटिक रेशियो ਆਪਾਂ ਪਿੱਛੇ डिस्कस करके आए हैं GSN μN SN अपॉन H क्रॉस। ਤੇ ਆਪਾਂ ਇਹ ਨਿਊਟਰੋਨ ਦੀ ਹੈ, ਜਦੋਂ ਪ੍ਰੋਟੋਨ ਦੀ ਫਾਈਂਡ ਆਊਟ ਕਰਾਂਗੇ ਤਾਂ ਆਪਾਂ ਇੱਥੇ ਪ੍ਰੋਟੋਨਸ ਲਗਾ ਦਾਂਗੇ। ਬਿਕੋਜ਼ ਆਪਣੇ ਕੋਲ ਇੱਥੇ S ਕਿਉਂ ਲਗਾ ਰਹੇ ਹਾਂ, ਬਿਕੋਜ਼ ਆਪਾਂ ਸਪਿਨ ਦਾ ਹੀ ਲਵਾਂਗੇ। ਆਪਾਂ ਨੂੰ ਪਤਾ ਹੈ ਕਿ L ਤਾਂ ਆਪਣੇ ਕੋਲ 0 ਹੈ, ਆਪਣੇ ਕੋਲ ਸਪਿਨ ਹੀ ਹੈ ਇਸੀ, ਤਾਂ ਇੱਥੇ ਆਪਾਂ स्पिन ਦੇ ਲਈ ਜੋ ਜਾਇਰੋਮੈਗਨੈਟਿਕ ਰੇਸ਼ੀਓ ਲੈਣੇ ਆ ਉਹੀ ਲੈ ਕੇ ਚੱਲਾਂਗੇ। ਠੀਕ ਹੈ, ਆਪਾਂ ਸਪਿਨ ਦੀ ਹੀ ਗੱਲ ਕਰ ਰਹੇ ਹਾਂ, ਆਪਾਂ ਆਰਬਿਟਲ ਐਂਗੂਲਰ ਮੋਮੈਂਟਮ ਦੀ ਗੱਲ ਨਹੀਂ ਕਰ ਰਹੇ ਬਿਕੋਜ਼ ਆਪਣੇ ਕੋਲ ਸਿਰਫ ਸਪਿਨ ਮੋਮੈਂਟਮ ਹੈ। ਠੀਕ ਹੈ, ਸਪਿਨ ਦੇ ਨਾਲ ਹੀ ਜੋ ਐਂਗੂਲਰ ਮੋਮੈਂਟਮ ਹੋਏਗਾ ਉਹੀ ਹੋਏਗਾ ਬਿਕੋਜ਼ L ਤਾਂ ਆਪਣੇ ਕੋਲ 0 ਹੈ। ਤਾਂ ਆਪਣੇ ਕੋਲ GSN ਦੀ ਵੈਲਿਊ ਕਿੰਨੀ ਹੈ, ਇਹ ਸਾਰੀਆਂ ਵੈਲਿਊਜ਼ ਆਪਾਂ ਆਪਣੇ ਪਿਛਲੇ ਕਲਾਸਿਸ ਦੇ ਵਿੱਚ ਡਿਸਕਸ ਕਰਕੇ ਆਏ ਹਾਂ ਜਦੋਂ ਆਪਾਂ ਬੇਸਿਕ ਪ੍ਰੋਪਰਟੀਜ਼ ਕੀਤੀਆਂ ਸੀ। ਤਾਂ GSN ਦੀ ਵੈਲਿਊ ਕਿੰਨੀ ਹੈ -3.826084। GSP ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 5.585671 ਤੇ SN ਤੇ SP ਦੋਨੋਂ ਆਪਣੇ ਕੋਲ ਪੈਰਲਰ ਨੇ ਤਾਂ ਹਾਫ H क्रॉस। ਇਹ ਸਾਰੀਆਂ ਵੈਲਿਊਜ਼ ਆਪਾਂ ਇਸ ਫਾਰਮੂਲੇ 'ਚ ਪੁੱਟ ਕਰਾਂਗੇ। ਪੁੱਟ ਕਰਨ ਤੋਂ ਬਾਅਦ ਆਪਣੇ ਕੋਲ ਕੀ ਆ ਜਾਏਗੀ, μ D ਦੀ ਵੈਲਿਊ ਫਾਈਂਡ ਆਊਟ ਹੋ ਜਾਏਗੀ। ਐਕਚੁਅਲਸ ਜੋ ਇੱਥੇ μ N ਤੇ μ P ਨੇ, ਇਹਨਾਂ ਦੋਨਾਂ ਨੂੰ ਆਪਾਂ μ N ਲੈ ਲਾਂਗੇ, कैपिटल N। ਇਹ ਨਿਊਕਲੀਅਰ ਮੈਗਨੇਟੋਨ ਹੈ, ਇਹ ਐਜ਼ ਇਟ ਇਜ਼ ਹੀ ਰਹੇਗਾ। ਬਾਕੀ ਸਾਰੀਆਂ ਵੈਲਿਊਜ਼ ਆਪਾਂ ਪੁੱਟ ਕਰ ਦਾਂਗੇ, ਸੋਲਵ ਕਰ ਲਾਂਗੇ। ਤਾਂ ਇਹ ਆਨਸਰ ਜੋ ਆਂਦਾ ਹੈ ਆਪਣੇ ਕੋਲ ਨਿਊਕਲੀਅਰ ਮੈਗਨੇਟੋਨ ਦੇ ਵਿੱਚ ਹੀ ਆਏਗਾ ਬਿਕੋਜ਼ ਇਹਦੀ ਤਾਂ ਕੋਈ ਵੈਲਿਊ ਨਹੀਂ ਪੁੱਟ ਕਰਾਂਗੇ, ਇਹ ਨਿਊਕਲੀਅਰ ਮੈਗਨੇਟੋਨ ਦੇ ਵਿੱਚ ਹੀ ਆਏਗਾ ਜੋ ਆਪਣੇ ਕੋਲ ਫਾਈਨਲ ਆਨਸਰ ਆਏਗਾ। ਉਸ ਤੋਂ ਬਾਅਦ ਕੁਆਡਰਪੋਲ ਮੂਵਮੈਂਟ। ਜੋ ਕੁਆਡਰਪੋਲ ਮੂਵਮੈਂਟ ਹੁੰਦਾ ਹੈ ड्यूट्रॉन ਦਾ, ਉਹ ਹੁੰਦਾ प्लस 0.282 इंटू 10⁻31 मीटर स्क्वायर। प्लस जो साइन है ये बहुत इंपॉर्टेंट है बिकॉज ਆਪਾਂ डिस्कस ਕੀਤਾ ਸੀ कि अगर ਕੁਆਡਰਪੋਲ ਮੂਵਮੈਂਟ ਆਪਣੇ ਕੋਲ ਪੋਜ਼ਿਟਿਵ ਹੈ ਉਸ ਟਾਈਮ ਤੇ ਇਹਦੀ ਪ੍ਰੋਲੇਟ ਐਲਿਪਸੋਇਡਲ ਸ਼ੇਪ ਹੋਏਗੀ, ਤਾਂ ਆਪਣੇ ਕੋਲ ਆਬਸੋਲੇਟ ਨਹੀਂ ਹੋਏਗੀ, ਪ੍ਰੋਲੇਟ ਹੋਏਗੀ। ਅਗਰ 0 ਹੁੰਦਾ ਕੁਆਡਰਪੋਲ ਮੂਵਮੈਂਟ ਤਾਂ ਇਹਦੀ 0 ਇਹ ਸਫੈਰਿਕਲ ਸ਼ੇਪ ਦਾ ਹੁੰਦਾ, ਬਟ ਹੁਣ ਇਹ ਪੋਜ਼ਿਟਿਵ ਹੈ ਤਾਂ ਇਸਦੀ ਸ਼ੇਪ ਕੀ ਹੋਏਗੀ, ਪ੍ਰੋਲੇਟ ਐਲਿਪਸੋਇਡਲ ਸ਼ੇਪ ਹੋਏਗੀ। ਉਸ ਤੋਂ ਬਾਅਦ ਅਗਰ ਆਪਾਂ ਵੇਵ ਫੰਕਸ਼ਨ ਦੀ ਗੱਲ ਕਰੀਏ, ਇੱਥੇ ਤਾਂ ਆਪਾਂ ਕਹਿ ਰਹੇ ਹਾਂਗੇ ਕਿ ਆਪਾਂ ਸਿਰਫ L = 0 ਵਾਲਾ ਕੇਸ ਲੈ ਕੇ ਚੱਲਦੇ ਹਾਂ, ਬਟ ਅਗਰ ਆਪਾਂ ਵੇਵ ਫੰਕਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲ L = 2 ਦੀ ਵੀ ਥੋੜੀ ਕੰਸੀਡਰੇਸ਼ਨ ਹੁੰਦੀ ਹੈ, ਬਟ ਇਹਦਾ ਕਰੈਕਟਰ ਬਹੁਤ ਘੱਟ ਹੁੰਦਾ ਹੈ। ਬਟ ਵੇਵ ਫੰਕਸ਼ਨ ਦੇ ਵਿੱਚ ਆਪਾਂ ਕੁਝ ਪਰਸੈਂਟੇਜ L = 2 ਵੀ ਇਨਵੋਲਵ ਹੁੰਦਾ ਹੈ। ਜਿਵੇਂ ਆਪਾਂ ਕਹਿ ਰਹੇ ਹਾਂ ਬਾਕੀ ਸਾਰੇ ਕੇਸਿਸ ਦੇ ਵਿੱਚ ਆਪਾਂ L = 0 ਹੀ ਲੈ ਕੇ ਚੱਲੇ ਹਾਂ। ਆਪਾਂ ਮੈਗਨੈਟਿਕ ਮੂਵਮੈਂਟ ਫਾਈਂਡ ਆਊਟ ਕੀਤਾ, ਉਹ ਵੀ ਸਪਿਨ ਦੇ ਅਕੋਰਡਿੰਗ ਹੀ ਕੀਤਾ, ਬਟ ਵੇਵ ਫੰਕਸ਼ਨ ਦੇ ਵਿੱਚ L = 2 ਦੀ ਕੰਸੀਡਰੇਸ਼ਨ ਹੁੰਦੀ ਹੈ। ਜੋ ਵੇਵ ਫੰਕਸ਼ਨ ਹੁੰਦਾ ਹੈ ਉਹ ਹੁੰਦਾ ਹੈ AS × psi L = 0 means wave function for L = 0, AD psi for L = 2। ठीक है, बिकॉज ए डी क्यों लै रहे हैं, बिकॉज जो L 2 होंगे तो आप डी लैने होंगे, L 0 होंगे तो S लैने होंगे, L 1 होंगे तो P लैने, तो उस अकॉर्डिंग। ठीक है, तो AS एक कांस्टेंट है, तो वेव फंक्शन फॉर L = 0, AD psi फॉर L = 2। उस तो बाद अगर आप देखिए μS की वैल्यू, μS अपने कोल μS ਆਪਾਂ ਇਸ ਨੂੰ ਸਿੰਪਲੀ μ ਹੀ ਕਹਿ ਦਿੰਦੇ ਆ, ਇਹ ਵੀ ਆਪਣੇ ਕੋਲ ਮੈਗਨੈਟਿਕ ਮੂਵਮੈਂਟ ਹੀ ਹੈ। ਇਹ ਹੋਏਗਾ AS² μ
L इज इक्वल टू 0 बिकॉज ये L इक्वल टू 0 ਲਈ ਹੈ ਤਾਂ ਇੱਥੇ S ਲੈ ਰਹੇ ਹਾਂ ਤੇ L ਇਕੁਅਲ ਟੂ 2 ਲਈ ਹੈ ਤਾਂ ਇੱਥੇ ਆਪਾਂ D ਲੈ ਰਹੇ ਹਾਂ। ਵੇਵ ਫੰਕਸ਼ਨ ਮੈਗਨੈਟਿਕ ਮੂਵਮੈਂਟ ਤਾਂ ਆਪਾਂ ਇਸ ਦੇ ਵਿੱਚ L ਇਜ਼ ਇਕੁਅਲ ਟੂ 2 ਵੀ ਅਗਰ ਕੰਸੀਡਰ ਕਰੀਏ ਤਾਂ ਆਪਣੇ ਕੋਲ ਜੋ AS ਸਕੁਅਰ ਹੈ ਉਹ 0.96 ਹੋਊਗਾ, ਜੋ AD ਸਕੁਅਰ ਹੈ ਉਹ 0.04 ਹੋਏਗਾ। ਮਤਲਬ ਜੋ ਆਪਣੇ ਕੋਲ L ਇਕੁਅਲ ਟੂ 0 ਕਰੈਕਟਰ ਹੈ ਉਹ 96% ਹੋਏਗਾ, ਜੋ L ਇਜ਼ ਇਕੁਅਲ ਟੂ 2 ਕਰੈਕਟਰ ਹੈ ਉਹ 4% ਹੋਏਗਾ। ਕਰੈਕਟਰ L ਇਕੁਅਲ ਟੂ 0 ਦਾ ਹੀ ਜ਼ਿਆਦਾ ਹੈ ਬਟ ਆਪਾਂ ਵੇਵ ਫੰਕਸ਼ਨ ਦੇ ਵਿੱਚ L ਇਜ਼ ਇਕੁਅਲ ਟੂ 2 ਨੂੰ ਨਾਲ ਕੰਸੀਡਰ ਕਰਕੇ ਚੱਲਦੇ ਹਾਂ। ਅਦਰਵਾਈਜ਼ ਆਪਾਂ ਨੂੰ ਪਤਾ ਹੈ ਕਿ ਗਰਾਊਂਡ ਸਟੇਟ ਦੇ ਵਿੱਚ ਜੋ ਵੈਲਿਊਜ਼ ਹੁੰਦੀਆਂ ਨੇ ਉਹ ਇਹ ਹੁੰਦੀਆਂ ਨੇ L ਇਜ਼ ਇਕੁਅਲ ਟੂ 0 ਹੁੰਦਾ ਬਟ ਇਸ ਦੀ ਵੀ ਕੁਛ ਨਾ ਕੁਛ ਪੋਸੀਬਿਲਿਟੀ ਵੇਵ ਫੰਕਸ਼ਨ ਜਦੋਂ ਕੰਸੀਡਰ ਕਰਦੇ ਹਾਂ ਆਪਾਂ ਲੈ ਕੇ ਚੱਲਦੇ ਹਾਂ ਕਿ ਹਾਂ ਇਸ ਦਾ ਕਰੈਕਟਰ ਹੁੰਦਾ ਚਾਹੇ ਬਹੁਤ ਥੋੜਾ ਹੁੰਦਾ 4% ਹੁੰਦਾ ਬਟ ਇਹਦਾ ਕਰੈਕਟਰ ਵੀ ਥੋੜਾ ਐਗਜ਼ਿਸਟ ਕਰਦਾ। ਤਾਂ ਇਹ ਆਪਣੇ ਕੋਲ ਨਿਊਟਰੋਨ ਦੀ ਗਰਾਊਂਡ ਸਟੇਟ ਸੀ। ਸਾਰਾ ਆਪਣੇ ਕੋਲ ਜੋ ਟੌਪਿਕ ਹੈ ਇੰਪੋਰਟੈਂਟ ਹੈ, ਸਾਰੀਆਂ ਵੈਲਿਊਜ਼ ਕਿਵੇਂ ਫਾਈਂਡ ਆਊਟ ਕਰਨੀਆਂ ਨੇ ਤੇ ਸਾਰੀਆਂ ਆਪਣੇ ਕੋਲ ਨਿਊਟਰੋਨ ਦੀਆਂ ਪ੍ਰੋਪਰਟੀਜ਼। ਹਾਂਜੀ ਨੈਕਸਟ ਟੌਪਿਕ ਹੈ ਆਪਣੇ ਕੋਲ ਨੌਨ ਸੈਂਟਰਲ ਫੋਰਸਿਸ। ਨੌਨ ਸੈਂਟਰਲ ਫੋਰਸਿਸ ਕਿਹੜੀਆਂ ਫੋਰਸਿਸ ਹੁੰਦੀਆਂ ਨੇ? ਨੌਨ ਸੈਂਟਰਲ ਫੋਰਸਿਸ ਉਹ ਹੁੰਦੀਆਂ ਨੇ ਜੋ ਆਪਣੇ ਕੋਲ ਦੋ ਬੋਡੀਜ਼ ਜਿਨ੍ਹਾਂ ਦੇ ਵਿੱਚ ਫੋਰਸ ਲੱਗ ਰਹੀ ਹੈ ਉਹਨਾਂ ਦੇ ਸੈਂਟਰਸ ਦੇ ਜੋ ਡਿਸਟੈਂਸ ਹੈ ਉਹ ਤੇ ਨਾ ਡਿਪੈਂਡ ਕਰੇ। ਕੁਝ ਫੋਰਸਿਸ ਹੁੰਦੀਆਂ ਨੇ ਜੋ ਇਹਨਾਂ ਦੇ ਸੈਂਟਰਸ ਦੀ ਡਿਸਟੈਂਸ ਤੇ ਡਿਪੈਂਡ ਕਰਦੀਆਂ ਨੇ ਜਾਂ ਫਿਰ ਇਹੀ ਜੋ ਸੈਂਟਰਸ ਨੂੰ ਜੁਆਇਨ ਕਰਦੀ ਲਾਈਨ ਹੈ ਇਸ ਲਾਈਨ ਦੇ ਅਲੋਂਗ ਹੀ ਐਕਟ ਕਰਦੀਆਂ ਨੇ ਤਾਂ ਉਹ ਸੈਂਟਰਲ ਫੋਰਸਿਸ ਹੁੰਦੀਆਂ ਨੇ। ਬਟ ਜਿਹੜੀਆਂ ਫੋਰਸਿਸ ਨਾ ਤਾਂ ਇਹਨਾਂ ਦੇ ਸੈਂਟਰਸ ਦੀ ਡਿਸਟੈਂਸ ਤੇ ਡਿਪੈਂਡ ਕਰਨ ਨਾ ਹੀ ਇਹਨਾਂ ਦੇ ਜੋ ਸੈਂਟਰਸ ਦੀ ਨੂੰ ਜੁਆਇਨ ਕਰਦੀ ਲਾਈਨ ਹੈ ਇਸ ਦੇ ਅਲੋਂਗ ਐਕਟ ਕਰਨ, ਉਹਨਾਂ ਨੂੰ ਆਪਾਂ ਕਹਿੰਦੇ ਆ ਨੌਨ ਸੈਂਟਰਲ ਫੋਰਸਿਸ। ਦ ਫੋਰਸਿਸ ਵਿਚ ਡਸ ਨਾਟ ਡਿਪੈਂਡ ਅਪਨ ਦੀ ਡਿਸਟੈਂਸ ਬਿਟਵੀਨ ਦੀ ਸੈਂਟਰਸ ਆਫ ਦੀ ਟੂ ਆਬਜੈਕਟਸ ਵਿਚ ਆਰ ਇੰਟਰੈਕਟਿੰਗ। ਜਿਹੜੇ ਦੋ ਆਬਜੈਕਟਸ ਇੰਟਰੈਕਟ ਕਰ ਰਹੇ ਨੇ ਜਿਹੜੀ ਫੋਰਸ ਉਹਨਾਂ ਦੋਨਾਂ ਦੇ ਸੈਂਟਰਸ ਦੇ ਵਿੱਚ ਡਿਸਟੈਂਸ ਤੇ ਡਿਪੈਂਡ ਨਹੀਂ ਕਰਦੀ ਉਸ ਨੂੰ ਆਪਾਂ ਕਹਿੰਦੇ ਆ ਨੌਨ ਸੈਂਟਰਲ ਫੋਰਸਿਸ। ਇਸ ਦੀਆਂ ਕਰੈਕਟਰਿਸਟਿਕਸ ਕੀ ਨੇ? ਸਭ ਤੋਂ ਪਹਿਲੀ ਕਰੈਕਟਰਿਸਟਿਕ ਕਿ ਡਜ਼ਨਟ ਐਕਟ ਅਲੋਂਗ ਲਾਈਨ ਕਨੈਕਟਿੰਗ ਦੀ ਬੋਡੀਜ਼, ਕਿ ਜਿਹੜੀ ਲਾਈਨ ਇਹਨਾਂ ਦੋਨੋਂ ਬੋਡੀਜ਼ ਨੂੰ ਕਨੈਕਟ ਕਰ ਰਹੀ ਹੈ ਇਹ ਉਸ ਲਾਈਨ ਦੇ ਅਲੋਂਗ ਐਕਟ ਨਹੀਂ ਕਰ ਰਹੀ। ਕਨੈਕਟਿੰਗ ਦੀ ਸੈਂਟਰਸ ਆਫ ਬੋਡੀਜ਼ ਕਹਿ ਸਕਦੇ ਹਾਂ ਵੈਸੇ ਉਰੇ ਆਪਾਂ। ਉਸ ਤੋਂ ਬਾਅਦ ਸ਼ਾਰਟ ਰੇਂਜ ਫੋਰਸਿਸ ਨੇ। ਸ਼ਾਰਟ ਰੇਂਜ ਫੋਰਸਿਸ ਮੀਨਸ ਇਹ ਹੈ ਕਿ ਇਹ ਫੋਰਸਿਸ ਨੇ ਜਿਹੜੀਆਂ ਇਹ ਜਿਵੇਂ ਥੋੜੀ ਡਿਸਟੈਂਸ ਤੱਕ ਹੀ ਐਕਟ ਕਰਦੀਆਂ ਨੇ। ਜੇ ਆਪਾਂ ਕਹੀਏ ਦੋ ਆਬਜੈਕਟਸ ਦੇ ਵਿੱਚ ਲਾਰਜ ਡਿਸਟੈਂਸ ਹੈ ਉੱਥੇ ਫੋਰਸਿਸ ਐਕਟ ਨਹੀਂ ਕਰਦੀਆਂ। ਸ਼ਾਰਟ ਰੇਂਜ ਫੋਰਸਿਸ ਨੇ 2 ਫਰਮੀ ਤੱਕ ਹੀ ਐਕਟ ਕਰਦੀਆਂ ਨੇ ਬਟ ਇਹ ਵੀ ਨਹੀਂ ਕਿ ਇਹਨਾਂ ਦੇ ਵਿੱਚ ਡਿਸਟੈਂਸ ਬਹੁਤ ਹੀ ਜ਼ਿਆਦਾ ਘੱਟ ਜੇ। ਜੇ ਆਪਾਂ ਬਹੁਤ ਘੱਟ ਡਿਸਟੈਂਸ ਇਹਨਾਂ ਆਬਜੈਕਟਸ ਨੂੰ ਪਲੇਸ ਕਰਾਂਗੇ ਮੀਨਸ ਆਪਣੇ ਕੋਲ ਅਗਰ ਡਿਸਟੈਂਸ 0.5 ਫਰਮੀ ਤੋਂ ਘੱਟ ਗਈ ਤਾਂ ਇਹ ਫੋਰਸਿਸ ਰਿਪਲਸਿਵ ਹੋ ਜਾਣਗੀਆਂ। ਅਗਰ ਆਪਣੇ ਕੋਲ 2 ਫਰਮੀ ਤੱਕ ਦੀ ਡਿਸਟੈਂਸ ਤੇ ਪਈਆਂ ਨੇ ਤਾਂ ਅਟਰੈਕਟਿਵ ਨੇ। ਜੇ ਉਦੋਂ ਵੀ ਡਿਸਟੈਂਸ ਘੱਟ ਗਈ 0.5 ਫਰਮੀ ਤੋਂ ਤਾਂ ਇਹ ਕੀ ਹੋ ਜਾਣਗੀਆਂ? ਰਿਪਲਸਿਵ ਹੋ ਜਾਣਗੀਆਂ। ਉਸ ਤੋਂ ਬਾਅਦ ਜਿਹੜੀਆਂ ਇਹ ਫੋਰਸਿਸ ਨੇ ਚਾਹੇ ਡਿਸਟੈਂਸ ਤੇ ਸੈਂਟਰਸ ਦੇ ਡਿਸਟੈਂਸ ਤੇ ਡਿਪੈਂਡ ਨਹੀਂ ਕਰਦੀਆਂ ਪਰ ਇਹ ਜੋ ਆਪਣੇ ਕੋਲ ਬੋਡੀਜ਼ ਨੇ ਉਹਨਾਂ ਦੀ ਸਪਿਨ ਦੇ ਉੱਪਰ, ਉਹਨਾਂ ਦੀ ਵੈਲੋਸਿਟੀ ਦੇ ਉੱਪਰ ਜਾਂ ਫਿਰ ਉਹਨਾਂ ਦੀ ਓਰੀਐਂਟੇਸ਼ਨ ਦੇ ਉੱਪਰ ਕਿਸ ਤਰੀਕੇ ਨਾਲ ਉਹ ਬੋਡੀਜ਼ ਪਲੇਸ ਕੀਤੀਆਂ ਹੋਈਆਂ ਨੇ ਉਹਨਾਂ ਸਭ ਦੇ ਉੱਪਰ ਡਿਪੈਂਡ ਕਰਦੀਆਂ ਨੇ। ਉਸ ਤੋਂ ਬਾਅਦ ਹੈ ਨਾਨ ਕੰਜ਼ਰਵੇਟਿਵ ਇਨ ਨੇਚਰ। ਨਾਨ ਕੰਜ਼ਰਵੇਟਿਵ ਮਤਲਬ ਜਿਹੜੀਆਂ ਇਹ ਫੋਰਸਿਸ ਨੇ ਇਹਨਾਂ ਦੇ ਉੱਪਰ ਜਿਹੜਾ ਵਰਕ ਡਨ ਹੁੰਦਾ ਹੈ ਇਹਨਾਂ ਫੋਰਸਿਸ ਕਰਕੇ ਜੋ ਵਰਕ ਡਨ ਹੁੰਦਾ ਉਹ ਪਾਥ ਦੇ ਉੱਪਰ ਡਿਪੈਂਡ ਕਰਦੇ ਆ। ਜਿਵੇਂ ਜੋ ਆਪਣੇ ਕੋਲ ਕੰਜ਼ਰਵੇਟਿਵ ਫੋਰਸਿਸ ਹੁੰਦੀਆਂ ਨੇ ਉਹ ਅਗਰ ਵਰਕ ਡਨ ਇਸ ਪਾਥ ਤੋਂ ਕਰਾਂਗੇ ਉਹ ਵੀ ਉਨਾ ਹੋਏਗਾ, ਇਸ ਪਾਥ ਤੋਂ ਕਰਾਂਗੇ ਉਹ ਵੀ ਉਨਾ ਹੀ ਹੋਏਗਾ, ਇਸ ਪਾਥ ਤੋਂ ਕਰਾਂਗੇ ਉਹ ਵੀ ਉਨਾ ਹੀ ਹੋਏਗਾ। ਬਟ ਜੋ ਨਾਨ ਕੰਜ਼ਰਵੇਟਿਵ ਹੁੰਦੀਆਂ ਨੇ ਨਾਨ ਕੰਜ਼ਰਵੇਟਿਵ ਲਈ ਆਪਣੇ ਕੋਲ ਡਿਪੈਂਡ ਕਰਦਾ ਕਿ ਕਿਸ ਪਾਥ ਤੇ ਆਪਾਂ ਵਰਕ ਡਨ ਕਰ ਰਹੇ ਹਾਂ। ਇਸ ਪਾਥ ਤੋਂ ਜਾ ਰਹੇ ਹਾਂ ਅਲੱਗ ਵਰਕ ਡਨ ਹੋਏਗਾ, ਇਸ ਪਾਥ ਤੋਂ ਜਾ ਰਹੇ ਹਾਂ ਅਲੱਗ ਹੋਏਗਾ, ਇਸ ਪਾਥ ਤੋਂ ਜਾ ਰਹੇ ਹਾਂ ਅਲੱਗ ਹੋਏਗਾ। ਤਾਂ ਐਸੀਆਂ ਫੋਰਸਿਸ ਜਿਨ੍ਹਾਂ ਦੇ ਕਰਕੇ ਜੋ ਵਰਕ ਡਨ ਹੁੰਦਾ ਉਹ ਪਾਥ ਦੇ ਉੱਪਰ ਡਿਪੈਂਡ ਕਰਦਾ ਉਹਨਾਂ ਨੂੰ ਕਹਿੰਦੇ ਆ ਨਾਨ ਕੰਜ਼ਰਵੇਟਿਵ। ਤਾਂ ਇਹ ਆਪਣੇ ਕੋਲ ਨਾਨ ਕੰਜ਼ਰਵੇਟਿਵ ਵੀ ਹੁੰਦੀਆਂ ਨੇ। ਤਾਂ ਆਪਣੇ ਕੋਲ ਜੋ ਸੈਂਟਰਲ ਫੋਰਸਿਸ ਨੇ ਉਹਨਾਂ ਦੀਆਂ ਐਗਜ਼ਾਮਪਲਸ ਆਪਣੇ ਕੋਲ ਜਿਵੇਂ ਕੂਲਮ ਫੋਰਸ ਹੁੰਦੀ ਆ। ਆਪਾਂ ਕੀਤਾ ਸੀ ਨਾ ਕਿ ਜੋ ਫੋਰਸ ਹੁੰਦਾ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ ਦੇ ਵਿੱਚ ਕੀਤਾ ਕਿ ਫੋਰਸ 1/r² ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ। ਵਾਟ ਇਜ਼ r²? r² ਇਜ਼ ਦੀ ਡਿਸਟੈਂਸ ਬਿਟਵੀਨ ਦੀ ਸੈਂਟਰ ਆਫ ਦੀ ਟੂ ਬੋਡੀਜ਼। ਉਹ ਆਪਣੇ ਕੋਲ ਸੈਂਟਰਲ ਫੋਰਸ ਸੀ। ਬਟ ਨੌਨ ਸੈਂਟਰਲ ਫੋਰਸਿਸ ਦੀਆਂ ਐਗਜ਼ਾਮਪਲਸ ਨੇ ਨਿਊਕਲੀਅਰ ਫੋਰਸਿਸ, ਮੈਗਨੈਟਿਕ ਫੋਰਸਿਸ। ਨਿਊਕਲੀਅਰ ਫੋਰਸਿਸ ਨੂੰ ਆਪਾਂ ਇਨ ਡਿਟੇਲ ਡਿਸਕਸ ਕਰਾਂਗੇ ਬਿਕੋਜ਼ ਆਪਾਂ ਨਿਊਕਲੀਅਰ ਫਿਜ਼ਿਕਸ ਦਾ ਹੀ ਪੋਰਸ਼ਨ ਕਰ ਰਹੇ ਹਾਂ। ਤਾਂ ਇਨ ਡਿਟੇਲ ਹੁਣ ਆਪਾਂ ਇਹ ਜੋ ਨੌਨ ਸੈਂਟਰਲ ਫੋਰਸਿਸ ਨੇ ਨਿਊਕਲੀਅਰ ਫੋਰਸਿਸ ਉਹਨਾਂ ਨੂੰ ਡਿਸਕਸ ਕਰਦੇ ਹਾਂ। ਹੁਣ ਆਪਣੇ ਕੋਲ ਜੋ ਨਿਊਕਲੀਅਰ ਫੋਰਸਿਸ ਨੇ ਹੁੰਦੀਆਂ ਕੀ ਨੇ? ਆਪਣੇ ਕੋਲ ਇੱਕ ਨਿਊਕਲੀਅਸ ਹੈ, ਬਹੁਤ ਛੋਟਾ ਜਿਹਾ ਸਾਈਜ਼ ਦਾ ਨਿਊਕਲੀਅਸ ਹੁੰਦਾ ਹੈ। ਇਸ ਦੇ ਵਿੱਚ ਕਿੰਨੇ ਸਾਰੇ ਨਿਊਕਲੀਓਨਸ ਪਏ ਨੇ। ਇਹ ਨਿਊਕਲੀਓਨਸ ਦੇ ਵਿੱਚ ਕੁਝ ਪ੍ਰੋਟੋਨਸ ਵੀ ਨੇ, ਨਿਊਟਰੋਨਸ ਵੀ ਨੇ।
ਤਾਂ ਇਹ ਨਿਊਕਲੀਓਨਸ ਆਪਣੇ ਇੱਕ ਦੂਜੇ ਨੂੰ ਰਿਪੈਲ ਨਹੀਂ ਕਰਦੇ, ਇਹ ਇੱਕ ਦੂਜੇ ਨੂੰ ਅਟਰੈਕਟ ਕਰਦੇ ਨੇ, ਤਾਂ ਹੀ ਇੰਨੀ ਛੋਟੀ ਜਿਹੀ ਸਪੇਸ ਦੇ ਵਿੱਚ ਬਾਈਂਡ ਹੋ ਕੇ ਰਹਿੰਦੇ ਨੇ। ਤਾਂ ਜੋ ਫੋਰਸ ਨਾਲ ਇਹ ਇੱਕ ਦੂਜੇ ਨੂੰ ਅਟਰੈਕਟ ਕਰਕੇ ਰੱਖਦੇ ਨੇ, ਜੋ ਅਟਰੈਕਟਿਵ ਫੋਰਸ ਲੱਗਦੀ ਹੈ ਇਹਨਾਂ ਨਿਊਕਲੀਓਨਸ ਦੇ ਵਿੱਚ, ਜੋ ਅਟਰੈਕਟਿਵ ਫੋਰਸ ਇਹਨਾਂ ਨਿਊਕਲੀਓਨਸ ਨੂੰ ਬਾਈਂਡ ਕਰਕੇ ਰੱਖਦੀ ਹੈ ਨਿਊਟਰੋਨਸ ਤੇ ਪ੍ਰੋਟੋਨਸ ਨੂੰ, ਉਸ ਫੋਰਸ ਨੂੰ ਆਪਾਂ ਕਹਿੰਦੇ ਆ ਨਿਊਕਲੀਅਰ ਫੋਰਸ। ਜਿਵੇਂ ਆਪਣੇ ਕੋਲ ਦੋ ਪ੍ਰੋਟੋਨਸ ਪਏ ਨੇ, ਦੋ ਪ੍ਰੋਟੋਨਸ ਇੱਕ ਦੂਜੇ ਨੂੰ ਜੋ ਕੂਲਮ ਫੋਰਸ ਹੈ ਉਸੇ ਕਰਕੇ ਰਿਪੈਲ ਵੀ ਕਰਨਗੇ ਬਿਕੋਜ਼ ਸੇਮ ਚਾਰਜ ਹੈ ਇਹਨਾਂ ਦੇ ਉੱਪਰ, ਬਟ ਫਿਰ ਵੀ ਇਹ ਇਸ ਨਿਊਕਲੀਅਸ ਦੇ ਵਿੱਚ ਹੀ ਰਹਿੰਦੇ ਨੇ। ਇਹ ਰਿਪੈਲ ਕਰਕੇ ਇੱਕ ਦੂਜੇ ਨੂੰ ਬਰਸਟ ਨਹੀਂ ਕਰਦੇ, ਇਸ ਸਿਸਟਮ ਨੂੰ ਬ੍ਰੇਕ ਡਾਊਨ ਨਹੀਂ ਕਰਦੇ ਬਿਕੋਜ਼ ਆਪਣੇ ਕੋਲ ਜੋ ਨਿਊਕਲੀਅਰ ਫੋਰਸ ਹੈ ਉਹ ਅਟਰੈਕਟਿਵ ਫੋਰਸ ਹੈ ਤੇ ਉਸ ਦਾ ਇਫੈਕਟ ਇਲੈਕਟ੍ਰੋਸਟੈਟਿਕ ਫੋਰਸ ਤੋਂ ਜ਼ਿਆਦਾ ਹੁੰਦਾ ਹੈ। ਤਾਂ ਨਿਊਕਲੀਅਰ ਫੋਰਸ ਸਭ ਤੋਂ ਆਪਣੇ ਕੋਲ ਨਿਊਕਲੀਓਨਸ ਦੇ ਵਿੱਚ ਅਟਰੈਕਟਿਵ ਫੋਰਸ ਹੈ, ਇਹਦੇ ਕੁਝ ਪ੍ਰੋਪਰਟੀਜ਼ ਡਿਸਕਸ ਕਰਦੇ ਆ। ਆਪਣੇ ਕੋਲ ਸਭ ਤੋਂ ਸਟਰੋਂਗੈਸਟ ਫੋਰਸ ਹੈ ਨੇਚਰ ਦੇ ਵਿੱਚ, ਮਤਲਬ ਜਿਵੇਂ ਆਪਾਂ ਗ੍ਰੈਵੀਟੇਸ਼ਨਲ ਫੋਰਸ ਦੀ ਗੱਲ ਕਰਦੇ ਆ, ਆਪਾਂ ਜੋ ਇਲੈਕਟ੍ਰੋਸਟੈਟਿਕ ਫੋਰਸ ਦੀ ਗੱਲ ਕਰਦੇ ਆ, ਆਪਾਂ ਨਿਊਕਲੀਅਰ ਫੋਰਸ ਦੀ ਗੱਲ ਕਰਦੇ ਆ। ਜੇ ਇਹਨਾਂ ਦੀ ਰੇਸ਼ੀਓ ਦੀ ਗੱਲ ਕਰੀਏ ਤਾਂ ਗ੍ਰੈਵੀਟੇਸ਼ਨਲ ਫੋਰਸ ਇਲੈਕਟ੍ਰੋਸਟੈਟਿਕ ਫੋਰਸ से न्यूक्लियर फोर्स की जो रेशियो होंगी है 1:10⁻36 10⁻38, मतलब न्यूक्लियर फोर्स सब तो स्ट्रोंग है, इलैक्ट्रोस्टैटिक फोर्स तो भी स्ट्रोंग है। तां ही दोनों प्रोटोन्स दे विच जिहड़ी ये रिपल्सिव फोर्स है वो उन्ना काम नहीं कर पाती जिन्ने न्यूक्लियर फोर्स कर पाती है, सो दैट तां ही ये इत्थे बाइंड रहिंदे ने एक अट्रैक्टिव फोर्स दे नाल। दूजा ये है कि शॉर्ट रेंज फोर्स है, 2-3 फरमी तक ही एक्ट करती है। वैसे भी पता है कि न्यूक्लियस का साइज छोटा हुंदा है, इन्नी क डिस्टेंस दे विच सारे न्यूक्लियॉन्स पए हुंदे ने, तां ये शॉर्ट रेंज फोर्स ही होई। उस तो बाद वेरीएशन विद डिस्टेंस, अगर ਆਪਾਂ देखिए इसकी पोटेंशियल एनर्जी की वेरीएशन देखिए विद डिस्टेंस, तो अपने कोल जदों r = r0, अपने कोल r = r0 मीनस 0.8 फरमी। अगर इदों घट डिस्टेंस की गल करिए, इदों घट डिस्टेंस के लिए जिवें जिवें अपने कोल जो डिस्टेंस जिवें अपने कोल डिस्टेंस डिक्रीज होई जाएगी उवें उवें पोटेंशियल एनर्जी इंक्रीज हो रही है। पोटेंशियल एनर्जी इंक्रीज हो रही है मतलब रिपल्सिव फोर्स इंक्रीज हो रही है। तो जे 0.8 तो घट की डिस्टेंस से पे होंगे दो न्यूक्लियस, तो एक दूजे ਨੂੰ ਕੀ ਕਰਨਾ ਸਟਾਰਟ ਕਰ ਦੇਣਗੇ, ਰਿਪੈਲ ਕਰਨਾ ਸਟਾਰਟ ਕਰ ਦੇਣਗੇ। ਬਿਕੋਜ਼ ਆਪਾਂ ਕਿਹਾ ਕਿ ਇਹ ਸ਼ਾਰਟ ਰੇਂਜ ਫੋਰਸਿਸ ਜ਼ਰੂਰ ਨੇ ਬਟ ਇੱਕ ਪਾਰਟਿਕੂਲਰ ਡਿਸਟੈਂਸ ਤੱਕ ਹੀ ਅਟਰੈਕਟਿਵ ਫੋਰਸਿਸ ਰਹਿੰਦੀਆਂ ਨੇ, ਜੇ ਉਸ ਤੋਂ ਡਿਸਟੈਂਸ ਘਟਾ ਦਈਏ ਤਾਂ ਇਹ ਰਿਪਲਸਿਵ ਦੇ ਵਿੱਚ ਚੇਂਜ ਹੋਣ ਲੱਗ ਜਾਂਦੀਆਂ ਨੇ। ਤਾਂ ਆਰ ਜਦੋਂ ਆਰ ਹੈ ਜਿਹੜਾ ਉਹ 0.8 ਫਰਮੀ ਤੋਂ ਘੱਟ ਹੈ ਤਾਂ ਰਿਪਲਸਿਵ ਫੋਰਸ ਹੋਏਗੀ, ਨਿਊਕਲੀਅਨਸ ਕੀ ਕਰਨਗੇ ਇੱਕ ਦੂਜੇ ਨੂੰ ਰਿਪੈਲ ਕਰਨਾ ਸਟਾਰਟ ਕਰ ਦੇਣਗੇ। ਬਟ ਜਿਵੇਂ ਹੀ r = r0 ਤੋਂ ਵੱਡੀ ਵੈਲਿਊ ਹੋਣ ਲੱਗੀ, ਮਤਲਬ r ਦੀ ਵੈਲਿਊ 0.8 ਫਰਮੀ ਤੋਂ ਇਨਕਰੀਜ਼ ਹੋਣ ਲੱਗੀ, ਤਾਂ ਆਪਣੇ ਕੋਲ ਜੋ ਰਿਪਲਸਿਵ ਫੋਰਸ ਹੈ ਉਹ ਆਪਣੇ ਕੋਲ ਅਟਰੈਕਟਿਵ ਫੋਰਸ ਦੇ ਵਿੱਚ ਚੇਂਜ ਹੁੰਦੀ ਜਾ ਰਹੀ ਹੈ। ਮਤਲਬ ਜੋ ਪਾਰਟੀਕਲਸ ਨੇ ਉਹ ਇੱਕ ਦੂਜੇ ਨੂੰ ਅਟਰੈਕਟ ਕਰਕੇ ਰੱਖਦੇ ਆ। ਬਟ 4 ਫਰਮੀ ਤੋਂ ਬਾਅਦ ਜੋ ਇਹ ਫੋਰਸ ਹੈ ਉਹ ਬਿਲਕੁਲ ਜ਼ੀਰੋ ਹੀ ਹੋ ਜਾਂਦੀ ਹੈ, ਬਿਕੋਜ਼ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕੋਈ ਫੋਰਸ ਨਹੀਂ ਰਹਿੰਦੀ, ਬਿਕੋਜ਼ ਇਹ ਸ਼ਾਰਟ ਰੇਂਜ ਫੋਰਸਿਸ ਨੇ। ਇੱਕ ਪਾਰਟਿਕੂਲਰ ਡਿਸਟੈਂਸ ਤੋਂ ਬਾਅਦ ਇਹਨਾਂ ਦੀ ਫੋਰਸਿਸ ਦਾ ਇਫੈਕਟ ਕੀ ਹੋ ਜਾਂਦਾ ਹੈ, ਬਿਲਕੁਲ ਖਤਮ ਹੀ ਹੋ ਜਾਂਦਾ ਹੈ। ਚਾਰਜ ਇੰਡੀਪੈਂਡੈਂਟ ਫੋਰਸਿਸ ਨੇ, ਮੀਨਸ ਅਗਰ ਆਪਾਂ ਦੋਨੋਂ ਪ੍ਰੋਟੋਨਸ ਦੀ ਹੋਣ ਉਹਨਾਂ ਦੇ ਵਿੱਚ ਫੋਰਸ ਦੀ ਗੱਲ ਕਰੀਏ, ਜੋ ਆਪਣੇ ਕੋਲ ਨਿਊਕਲੀਅਰ ਫੋਰਸ ਹੈ, ਇੱਕ ਪ੍ਰੋਟੋਨ ਤੇ ਇੱਕ ਨਿਊਟਰੋਨ ਹੋਵੇ, ਦੋਨੋਂ ਨਿਊਟਰੋਨਸ ਹੋਣ, ਇਹਨਾਂ ਸਭ ਦੀ ਫੋਰਸ ਆਪਸ ਦੇ ਵਿੱਚ ਅਪਰੋਕਸੀਮੇਟਲੀ ਇਕੁਅਲ ਹੀ ਹੁੰਦੀ ਹੈ। ਜਿੰਨੀ ਫੋਰਸ ਦੋ ਪ੍ਰੋਟੋਨਸ 'ਚ ਲੱਗਦੀ ਹੈ ਉਨੀ ਹੀ ਦੋ ਫੋਰਸ ਇੱਕ ਪ੍ਰੋਟੋਨ ਤੇ ਇੱਕ ਨਿਊਟਰੋਨ 'ਚ ਲੱਗਦੀ ਹੈ, ਤੇ ਉਨੀ ਹੀ ਫੋਰਸ ਦੋ ਨਿਊਟਰੋਨਸ 'ਚ ਲੱਗਦੀ ਹੈ। ਤਾਂ ਇਹ ਫੋਰਸ ਕੀ ਹੋਗੀ, ਚਾਰਜ ਇੰਡੀਪੈਂਡੈਂਟ ਹੋਗੀ, ਚਾਰਜ ਤੇ ਡਿਪੈਂਡ ਨਹੀਂ ਕਰਦੀ। बिकॉज अगर चार्ज डिपेंडेंट होंगी फिर फोर्स अलग अलग आनी सी ये तीनों। उस बाद सैचुरेशन इफेक्ट मीनस हर एक न्यूक्लियोन सिर्फ अपने नेबरिंग न्यूक्लियोन्स दे नाल ही इंटरैक्ट करता है, सिर्फ अपने नेबरिंग न्यूक्लियोन्स दे नाल ही। ये आपां नूं इत्थों भी पता चल जाता है कि अगर आपां ए 40 तो बियॉन्ड करता, मतलब ए दी वैल्यू इनक्रीज करीए, 40 तो ज्यादा होगी ए दी वैल्यू, तो जिन्नी मर्जी इनक्रीज करी जाइए आपां किसी भी पर्टिकुलर न्यूक्लियोन ते उन्नी ही फोर्स रहूगी, क्योंकि उन्होंने होर ज्यादा इंक्रीज होने का कोई फर्क ही नहीं पै रहा। ये तो सिर्फ अपने नेबरिंग वाले नाल अट्रैक्शन कर रहा है, बाकी सारे इन न्यूक्लियोन्स दे नाल इहदा कोई इंटरैक्शन नहीं हैगा। तो इत्थों ये शो होंदा है कि आपां चाहे मास नंबर वधाई जा रहे हैं बट किसी पर्टिकुलर न्यूक्लियन नूं उहदा कोई इफैक्ट नहीं पै रहा हैगा, बिकॉज ये सिर्फ अपने नेबरिंग न्यूक्लियोन्स दे नाल ही इंटरैक्ट करता है। इस चीज़ नूं आपां बोलदे हां सैचुरेशन इफैक्ट। अपने कोल नैक्सट है स्पिन डिपेंडेंट करैक्टर, जिहड़ा फोर्स है दो न्यूक्लियोन्स दे विच वो स्पिन ते डिपेंड करदा है। जिवें चार्ज ते तां इंडिपेंडेंट हुंदा है बट स्पिन ते डिपेंड करदा है। अगर अपने कोल दो न्यूक्लियोन्स की पैरेलल स्पिन होवे तो उन्हां दे विच जिहड़ी फोर्स होगी वो स्ट्रोंगर होगी दैन अगर दो न्यूक्लियोन्स दे विच एंटी पैरेलल स्पिन होवे ओदी वीकर फोर्स होगी। तो पैरेलल स्पिन्स वालियां दी स्ट्रोंगर फोर्स, एंटी पैरेलल वालियां दी वीकर फोर्स। तो इत्थों की पता चल गया कि जो फोर्स है वो स्पिन डिपेंडेंट हुंदी है।
ਸੈਵਨਥ ਪ੍ਰੋਪਰਟੀ ਹੈ ਐਕਸਚੇਂਜ ਫੋਰਸ। ਇੱਕ ਐਕਸਚੇਂਜ ਫੋਰਸ ਹੈ। ਐਕਸਚੇਂਜ ਫੋਰਸ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਇਹ ਫੋਰਸ ਹੈ ਦੋ ਨਿਊਕਲੀਓਨਸ ਦੇ ਵਿੱਚ ਉਦੋਂ ਫੋਰਸ ਰਾਈਜ਼ ਹੋਊਗੀ ਜਦੋਂ ਇਹ ਨਿਊਕਲੀਓਨਸ ਆਪਸ ਦੇ ਵਿੱਚ ਕੁਝ ਪਾਰਟੀਕਲਸ ਨੂੰ ਐਕਸਚੇਂਜ ਕਰਨਗੇ। ਜਿਹੜੇ ਪਾਰਟੀਕਲਸ ਇਹ ਐਕਸਚੇਂਜ ਕਰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਮਿਜ਼ੋਨਸ ਜਾਂ ਫਿਰ ਪਾਈਮੀਜ਼ੋਨਸ ਜਾਂ ਫਿਰ ਪਾਇਓਨਸ ਵੀ ਕਹਿ ਸਕਦੇ ਹਾਂ। ਤਾਂ ਇਹ ਆਪਣੇ ਕੋਲ ਐਚ ਯੂਕਾਵਾ ਨੇ ਸੁਜੈਸਟ ਕੀਤਾ ਸੀ ਕਿ ਜਿਹੜੇ ਇਹ ਦੋ ਨਿਊਕਲੀਓਨਸ ਨੇ ਇਹਨਾਂ ਦੇ ਵਿੱਚ ਜਿਹੜੀ ਅਟਰੈਕਟਿਵ ਫੋਰਸ ਹੈ ਉਹ ਡਿਊ ਟੂ ਐਕਸਚੇਂਜ ਆਫ ਪਾਰਟੀਕਲਸ ਹੁੰਦੀ ਹੈ, ਜਿਹੜੇ ਪਾਰਟੀਕਲਸ ਨੂੰ ਆਪਾਂ ਮਿਜ਼ੋਨਸ ਕਹਿੰਦੇ ਆ। ਤਾਂ ਇੱਥੋਂ ਆਪਣੇ ਕੋਲ ਇੱਕ ਮਿਜ਼ੋਨ ਥਿਊਰੀ ਡਿਵੈਲਪ ਹੁੰਦੀ ਹੈ। ਮਿਜ਼ੋਨ ਥਿਊਰੀ ਦੇ ਅਕੋਰਡਿੰਗ ਕੀ ਹੈ, 1935 ਦੇ ਵਿੱਚ ਯੂਕਾਵਾ ਨੇ ਸੁਜੈਸਟ ਕੀਤਾ ਸੀ ਕਿ ਐਸੇ ਕੁਝ ਪਾਰਟੀਕਲਸ ਐਕਸਚੇਂਜ ਹੁੰਦੇ ਨੇ ਨਿਊਕਲੀਅਸ ਦੇ ਵਿੱਚ, ਨਿਊਕਲੀਓਨਸ ਦੇ ਵਿੱਚ, ਜਿਨ੍ਹਾਂ ਦਾ ਜਿਹੜਾ ਰੈਸਟ ਮਾਸ ਹੈ ਉਹ ਇਲੈਕਟ੍ਰੋਨਸ ਤੋਂ ਤਾਂ 200 ਟਾਈਮਸ ਹੁੰਦਾ ਹੈ, ਇਲੈਕਟ੍ਰੋਨਸ ਦੇ ਮਾਸ ਤੇ ਤਾਂ 200 ਟਾਈਮਸ ਹੋਊਗਾ, ਬਟ ਜਿਹੜੇ ਆਪਣੇ ਕੋਲ ਨਿਊਕਲੀਓਨਸ ਹੁੰਦੇ ਆ ਮੀਨਸ ਪ੍ਰੋਟੋਨਸ ਤੇ ਨਿਊਟਰੋਨਸ, ਇਹਨਾਂ ਦੇ ਮਾਸ ਤੋਂ ਘੱਟ ਹੋਊਗਾ। ਬਿਕੋਜ਼ ਆਪਾਂ ਨੂੰ ਪਤਾ ਇਲੈਕਟ੍ਰੋਨਸ ਦਾ ਮਾਸ ਬਹੁਤ ਥੋੜਾ ਹੁੰਦਾ ਐਜ਼ ਕੰਪੇਅਰ ਟੂ ਪ੍ਰੋਟੋਨਸ ਤੇ ਨਿਊਟਰੋਨਸ ਦੇ ਮਾਸ ਤੋਂ। ਪ੍ਰੋਟੋਨਸ ਦਾ ਤੇ ਨਿਊਟਰੋਨਸ ਦਾ ਮਾਸ ਜ਼ਿਆਦਾ ਹੁੰਦਾ, ਇਲੈਕਟ੍ਰੋਨਸ ਦਾ ਮਾਸ ਘੱਟ ਹੁੰਦਾ। ਤਾਂ ਜਿਹੜੇ ਆਪਣੇ ਕੋਲ ਮਿਜ਼ੋਨਸ ਹੁੰਦੇ ਨੇ ਉਹਨਾਂ ਦਾ ਮਾਸ ਇਲੈਕਟ੍ਰੋਨਸ ਤੇ ਪ੍ਰੋਟੋਨਸ ਦੇ ਵਿਚਾਲੇ ਹੁੰਦਾ। ਇਲੈਕਟ੍ਰੋਨਸ ਦੇ ਮਾਸ ਦੇ 200 ਟਾਈਮਸ ਹੁੰਦਾ, ਬਟ ਪ੍ਰੋਟੋਨਸ ਤੇ ਨਿਊਟਰੋਨਸ ਦੇ ਮਾਸ ਤੋਂ ਘੱਟ ਹੁੰਦਾ। ਤਾਂ ਜਿਹੜੇ ਇਹ ਪਾਰਟੀਕਲਸ ਐਕਸਚੇਂਜ ਹੁੰਦੇ ਆ ਇਹਨਾਂ ਨੂੰ ਆਪਾਂ ਕਹਿੰਦੇ ਆ ਪਾਈਮੀਜ਼ੋਨਸ ਜਾਂ ਫਿਰ ਪਾਇਓਨਸ। ਇਹਨਾਂ ਦੀਆਂ ਕੁਝ ਟਾਈਪਸ ਹੁੰਦੀਆਂ ਨੇ, ਪਾਈ ਪੋਜ਼ਿਟਿਵ ਜੋ ਕਿ ਪੋਜ਼ਿਟਿਵਲੀ ਚਾਰਜਡ ਮਿਜ਼ੋਨਸ ਨੇ, ਪਾਈ ਨੈਗੇਟਿਵ ਜੋ ਕਿ ਨੈਗੇਟਿਵਲੀ ਚਾਰਜਡ ਮਿਜ਼ੋਨਸ ਨੇ, ਤੇ ਪਾਈ ਜ਼ੀਰੋ ਜੋ ਕਿ ਅਨਚਾਰਜਡ ਮਿਜ਼ੋਨਸ ਨੇ। ਠੀਕ ਹੈ, ਤਾਂ ਪਾਈਮੀਜ਼ੋਨਸ ਨੇ। ਤਾਂ ਇਹ ਪਾਇਓਨਸ ਆਪਣੇ ਕੋਲ 3 ਟਾਈਪ ਦੇ ਹੁੰਦੇ ਆ। ਇਹ ਆਪਣੇ ਕੋਲ ਡਿਪੈਂਡ ਕਰਦਾ ਕਿ ਕਿਹੜੇ ਦੋ ਪਾਰਟੀਕਲਸ ਦੇ ਵਿੱਚ ਇੰਟਰੈਕਸ਼ਨ ਹੈ ਤਾਂ ਕਿਹੜਾ ਪਾਰਟੀਕਲ ਜਿਹੜਾ ਹੈ, ਕਿਹੜਾ ਪਾਇਓਨ ਹੈ ਜਿਹੜਾ ਉਹ ਐਕਸਚੇਂਜ ਹੋਏਗਾ। ਤਾਂ ਜਿਹੜੇ ਪਾਈਮੀਜ਼ੋਨਸ ਨੇ ਇਹ ਕੀ ਕਰਦੇ ਨੇ, ਆਪਣੇ ਕੋਲ ਜਿਵੇਂ ਪ੍ਰੋਟੋਨ ਹੈ, ਨਿਊਟਰੋਨ ਹੈ, ਇਹਦੇ ਆਲੇ ਦੁਆਲੇ ਕਲਾਉਡਸ ਬਣਾ ਲੈਂਦੇ ਹੈਗੇ। ਠੀਕ ਹੈ, ਕਲਾਉਡਸ ਬਣਾ ਲੈਂਦੇ ਆ ਤਾਂ ਫਿਰ ਕੰਟੀਨਿਊਸਲੀ ਐਕਸਚੇਂਜ ਹੁੰਦੇ ਰਹਿੰਦੇ ਹੈਗੇ। ਜਿਹੜੇ ਦੋ ਨਿਊਕਲੀਓਨਸ ਨੂੰ ਆਪਾਂ ਨੇ ਜਿਨ੍ਹਾਂ ਦੇ ਵਿੱਚ ਫੋਰਸ ਦੇਖਣੀ ਹੋਵੇ ਜਾਂ ਜਿਨ੍ਹਾਂ ਨੂੰ ਇੰਟਰ ਕਨਵਰਟ ਕਰਨਾ ਹੋਵੇ, ਤਾਂ ਇੰਟਰ ਕਨਵਰਜ਼ਨ ਦੇ ਲਈ ਆਪਣੇ ਕੋਲ ਕੀ ਹੁੰਦਾ, ਇਹ ਜੋ ਚੇਂਜ ਹੁੰਦੇ ਰਹਿੰਦੇ ਆ। ਠੀਕ ਹੈ, ਆਪਣੇ ਕੋਲ ਇੰਟਰ ਕਨਵਰਜ਼ਨ ਹੁੰਦੀ ਹੈ ਐਕਚੁਅਲ ਦੇ ਵਿੱਚ। ਤਾਂ ਜਦੋਂ ਮਿਜ਼ੋਨਸ ਐਕਸਚੇਂਜ ਹੁੰਦੇ ਆ ਇੱਕ ਨਿਊਕਲੀਓਨ ਤੋਂ ਦੂਜੇ ਨਿਊਕਲੀਓਨ ਤੱਕ, ਤਾਂ ਇਹ ਨਿਊਕਲੀਓਨਸ ਦੀ ਇੰਟਰ ਕਨਵਰਜ਼ਨ ਵੀ ਹੁੰਦੀ ਹੈ। ਇੰਟਰ ਕਨਵਰਜ਼ਨ ਮੀਨਸ ਪ੍ਰੋਟੋਨ ਨਿਊਟਰੋਨ ਦੇ ਵਿੱਚ, ਨਿਊਟਰੋਨ ਪ੍ਰੋਟੋਨ ਦੇ ਵਿੱਚ ਇੰਟਰ ਕਨਵਰਟ ਹੁੰਦਾ ਰਹਿੰਦਾ ਤੇ ਨਾਲ ਦੀ ਨਾਲ ਹੀ ਇਹਨਾਂ ਦੇ ਵਿੱਚ ਇੱਕ ਫੋਰਸ ਡਿਵੈਲਪ ਹੋਈ ਜਾਂਦੀ ਹੈ ਜਿਸ ਨੂੰ ਆਪਾਂ ਨਿਊਕਲੀਅਰ ਫੋਰਸ ਕਹਿੰਦੇ ਆ। ਤਾਂ ਇੱਕ ਨਿਊਕਲੀਓਨ ਜੋ ਮਿਜ਼ੋਨਸ ਨੇ ਉਹਨਾਂ ਦਾ ਕੰਟੀਨਿਊਸਲੀ ਐਕਸਚੇਂਜ ਹੁੰਦਾ ਜਿਸ ਦੇ ਨਾਲ ਇਹਨਾਂ ਦੀ ਆਇਡੈਂਟੀਟੀ ਚੇਂਜ ਹੁੰਦੀ ਰਹਿੰਦੀ ਆ ਪ੍ਰੋਟੋਨ ਨਿਊਟਰੋਨ ਚ, ਨਿਊਟਰੋਨ ਪ੍ਰੋਟੋਨ ਦੇ ਵਿੱਚ, ਤੇ ਨਾਲ ਹੀ ਇਹਨਾਂ 'ਚ ਇੱਕ ਫੋਰਸ ਹੈ ਜਿਹੜੀ ਉਹ ਜਨਰੇਟ ਹੁੰਦੀ ਜਾਂਦੀ ਹੈ। ਜਿਵੇਂ ਆਪਾਂ ਨਿਊਟਰੋਨ ਨੂੰ ਪ੍ਰੋਟੋਨ ਚ ਕਨਵਰਟ ਕਰਨਾ ਹੋਵੇ, ਤੁਸੀਂ ਕੀ ਕਰਨਾ ਉਸਦੇ ਵਿੱਚ ਜਦੋਂ ਵੀ ਨਿਊਟਰੋਨ ਪ੍ਰੋਟੋਨ ਚ ਕਨਵਰਟ ਹੋਏਗਾ ਤਾਂ ਆਪਣੇ ਕੋਲ ਉਹ ਪ੍ਰੋਟੋਨ ਤਾਂ ਦੇਗਾ ਹੀ ਦੇਗਾ ਤੇ ਨਾਲ ਹੀ ਇੱਕ ਪਾਈ ਨੈਗੇਟਿਵ ਜੋ ਹੈ ਮਿਜ਼ੋਨ ਵੀ ਇਸ ਦੇ ਵਿੱਚੋਂ ਬਾਹਰ ਨਿਕਲੇਗਾ। ਵੈਸੇ ਆਪਾਂ ਯਾਦ ਕਿਵੇਂ ਰੱਖ ਸਕਦੇ ਹਾਂ, ਦੇਖੋ ਜੋ ਪ੍ਰੋਟੋਨ ਹੈ ਇਸ ਦੇ ਉੱਪਰ ਪੋਜ਼ਿਟਿਵ ਚਾਰਜ ਹੁੰਦਾ ਹੈ, ਜੋ ਮਿਜ਼ੋਨ ਹੈ ਇਸ ਦੇ ਉੱਪਰ ਨੈਗੇਟਿਵ ਚਾਰਜ, ਪਲੱਸ ਮਾਈਨਸ ਮਿਲ ਕੇ ਕੀ ਬਣਾਉਣਗੇ, ਨਿਊਟਰੋਨ। ਤਾਂ ਅਗਰ ਆਪਾਂ ਇਹ ਕਹੀਏ ਕਿ ਪ੍ਰੋਟੋਨ ਤੇ ਪਾਈ ਨੈਗੇਟਿਵ ਮਿਲ ਕੇ ਕੀ ਬਣਾਉਣਗੇ, ਨਿਊਟਰੋਨ ਬਣਾਉਣਗੇ। ਤੇ ਨਿਊਟਰੋਨ ਨੇ ਜਦੋਂ ਪ੍ਰੋਟੋਨ ਬਣਾਉਣਾ ਹੋਊਗਾ ਤਾਂ ਜ਼ਰੂਰ ਉਸ ਦੇ ਵਿੱਚੋਂ ਪਾਈ ਨੈਗੇਟਿਵ ਬਾਹਰ ਜਾਊਗਾ, ਤਾਂ ਹੀ ਆਪਣੇ ਕੋਲ ਪੋਜ਼ਿਟਿਵ ਨੈਗੇਟਿਵ ਜੋ ਨੈਟ ਚਾਰਜ ਹੈ ਉਹ 0 ਰਹੂਗਾ। ਐਵੇਂ ਯਾਦ ਰੱਖ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਪ੍ਰੋਟੋਨ ਨੂੰ ਨਿਊਟਰੋਨ ਚ ਕਨਵਰਟ ਕਰਨਾ ਹੋਵੇ, ਪ੍ਰੋਟੋਨ ਚ ਪੋਜ਼ਿਟਿਵ ਚਾਰਜ ਹੁੰਦਾ ਹੈ, ਨਿਊਟਰੋਨ ਚ ਕੋਈ ਚਾਰਜ ਨਹੀਂ ਹੁੰਦਾ। ਤਾਂ ਜਦੋਂ ਨਿਊਟਰੋਨ ਬਣ ਗਿਆ ਤਾਂ ਜਿਹੜਾ ਪੋਜ਼ਿਟਿਵ ਚਾਰਜ ਸੀ ਉਹ ਪਾਈ ਪੋਜ਼ਿਟਿਵ ਦੀ ਫਾਰਮ ਦੇ ਵਿੱਚ ਬਾਹਰ ਨਿਕਲ ਗਿਆ। ਐਵੇਂ ਪ੍ਰੋਟੋਨ ਨੂੰ ਪ੍ਰੋਟੋਨ ਚ ਹੀ ਕਰਨਾ ਤਾਂ ਪਾਈ 0 ਜਾਏਗਾ, ਬਿਕੋਜ਼ ਚਾਰਜ ਤਾਂ ਸੇਮ ਹੀ ਰਹੇਗਾ। ਨਿਊਟਰੋਨ ਨੂੰ ਨਿਊਟਰੋਨ ਚ ਕਰਨਾ ਤਾਂ ਪਾਈ 0 ਜਾਏਗਾ। ਓਪੋਜ਼ਿਟ ਵੀ ਕਰ ਸਕਦੇ ਹਾਂ, ਅਗਰ ਆਪਾਂ ਕਹੀਏ ਨਿਊਟਰੋਨ ਨੇ ਇੱਕ ਪਾਈ 0 ਜੋ ਮਿਜ਼ੋਨ ਹੈ ਉਹ ਐਬਜ਼ੌਰਬ ਕਰ ਲਿਆ ਤਾਂ ਉਹ ਨਿਊਟਰੋਨ 'ਚ ਹੀ ਕਨਵਰਟ ਹੋਏਗਾ। ਤਾਂ ਜਦੋਂ ਇਹ ਐਕਸਚੇਂਜ ਹੁੰਦਾ ਹੈ ਤਾਂ ਇੱਕ ਨਿਊਕਲੀਓਨ ਤਾਂ ਐਮਿਟ ਕਰਦਾ ਹੈ ਪਾਈ ਮਿਜ਼ੋਨ ਤੇ ਦੂਜਾ ਉਹਨੂੰ ਐਬਜ਼ੌਰਬ ਕਰ ਲੈਂਦਾ। ਜਿਵੇਂ ਹੁਣ ਇਸਨੇ ਤਾਂ ਐਮਿਟ ਕੀਤਾ, ਇੱਕ ਨੇ ਐਮਿਟ ਕੀਤਾ, ਹੁਣ ਕੋਈ ਹੋਰ ਨਿਊਕਲੀਓਨ ਉਹਨੂੰ ਐਬਜ਼ੌਰਬ ਕਰੇਗਾ ਤਾਂ ਫਿਰ ਆਪਣੇ ਕੋਲ ਕੀ ਹੋਏਗੀ, ਇੱਕ ਫੋਰਸ ਜਨਰੇਟ ਹੋਏਗੀ। ਉਹ ਆਪਾਂ ਦੇਖਦੇ ਹਾਂ ਅੱਗੇ ਕਿਵੇਂ ਹੁੰਦਾ। ਦੇਖੋ ਆਪਣੇ ਕੋਲ ਪ੍ਰੋਟੋਨਸ ਪਲੱਸ ਨਿਊਟਰੋਨ ਹੈ। ਠੀਕ ਹੈ, ਇਹਨਾਂ ਦੇ ਵਿੱਚ ਆਪਾਂ ਫੋਰਸ ਦੇਖਣੀ ਹੈ। ਪ੍ਰੋਟੋਨ ਕੀ ਕੀਤਾ, ਪ੍ਰੋਟੋਨ ਨੇ ਪ੍ਰੋਟੋਨ ਨਿਊਟਰੋਨ 'ਚ ਚੇਂਜ ਹੋ ਗਿਆ। ਜਦੋਂ ਵੀ ਪ੍ਰੋਟੋਨ ਨਿਊਟਰੋਨ 'ਚ ਚੇਂਜ ਹੋਊਗਾ ਉਸ ਦੇ ਨਾਲ ਆਪਣੇ ਕੋਲ ਕੀ ਹੋਏਗਾ, ਪਾਈ ਪੋਜ਼ਿਟਿਵ ਜੋ ਮਿਜ਼ੋਨ ਹੈ ਉਹ ਬਾਹਰ ਆਏਗਾ। ਠੀਕ ਹੈ, ਹੁਣ ਇਹ ਨਿਊਟਰੋਨ ਤਾਂ ਪਿਆ, ਇਹ ਵਾਲੇ ਨਿਊਟਰੋਨ ਨੇ ਪਾਈ ਪੋਜ਼ਿਟਿਵ ਐਬਜ਼ੌਰਬ ਕਰ ਲਿਆ। ਜਦੋਂ ਨਿਊਟਰੋਨ ਪਾਈ ਪੋਜ਼ਿਟਿਵ ਐਬਜ਼ੌਰਬ ਕਰੇਗਾ ਕਾਹਦੇ ਚੇਂਜ ਹੋ ਜਾਏਗਾ, ਪ੍ਰੋਟੋਨ 'ਚ। ਤਾਂ ਜੋ ਪਹਿਲਾਂ ਪ੍ਰੋਟੋਨ ਸੀ ਉਹ ਨਿਊਟਰੋਨ 'ਚ ਚੇਂਜ ਹੋ ਗਿਆ, ਜੋ ਨਿਊਟਰੋਨ ਸੀ ਉਹ ਪ੍ਰੋਟੋਨ 'ਚ। ਤਾਂ ਇੰਟਰ ਕਨਵਰਜ਼ਨ ਹੋ ਗਈ, ਜੋ ਨਿਊਕਲੀਓਨਸ ਨੇ ਉਹਨਾਂ ਦੀ ਇੰਟਰ ਕਨਵਰਜ਼ਨ ਹੋ ਗਈ ਡਿਊ ਟੂ ਪਾਈ ਮਿਜ਼ੋਨਸ, ਤੇ ਨਾਲ ਦੀ ਨਾਲ ਹੀ ਇਹਨਾਂ ਦੇ ਵਿੱਚ ਇੱਕ ਫੋਰਸ ਵੀ ਜਨਰੇਟ ਹੋਗੀ ਜਿਸ ਨੂੰ ਆਪਾਂ ਕਹਿੰਦੇ ਆ ਨਿਊਕਲੀਅਰ ਫੋਰਸ। ਕਿਵੇਂ ਜਨਰੇਟ ਹੋਈ, ਡਿਊ ਟੂ ਐਕਸਚੇਂਜ ਆਫ ਪਾਈ ਮਿਜ਼ੋਨਸ, ਤੇ ਇਸੇ ਚੀਜ਼ ਨੂੰ ਆਪਾਂ ਕਹਿੰਦੇ ਆ ਮਿਜ਼ੋਨ ਥਿਊਰੀ।